घर तोड़ के पिछे ले जाना पै रहा है। रेल गड्डी वांगू तुसीं घर नूं रोड़ लिया। हाँ जी बाई जी, जिवें पहलां मैं दस्सिआ कि सानूं एक तां कॉस्ट बहुत ज़्यादा आउंदी जे असीं तोड़ के इहनूं बनाउंदे। 1.5 करोड़ रुपए की कोठी सी, उसनूं शिफ्ट करना तो चैलेंज बहुत बड़ा हुंदा। हाँ जी, चैलेंज तो बड़ा ही ती। देखो ਇਹ ਲੀਹ ਆ, ਜਿਵੇਂ ਰੇਲ ਗੱਡੀ ਆਪਾਂ ਕਹਿ ਸਕਦੇ ਹਾਂ ਕਿ ਗੱਡੀ ਲੀਹ ਦੇ ਉੱਪਰ ਦੌੜਦੀ ਆ, ਤੇ ਇਸੇ ਤਰੀਕੇ ਦੇ ਨਾਲ ਇਹ ਕੋਠੀ ਵੀ ਦੌੜ ਰਹੀ ਹੈਗੀ। ਅੱਜ ਦੀ ਵੀਡੀਓ ਬੇहद ਖਾਸ ਰਹਿਣ ਵਾਲੀ ਆ। ਖਾਸ ਇਸ ਲਈ ਆ ਕਿਉਂਕਿ ਇੱਕ ਤਾਂ ਇੱਥੇ ਇੱਕ ਨਵਾਂ ਤਜਰਬਾ ਵੀ ਹੋ ਰਿਹਾ, ਪਰ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਦੋ ਫਾੜ ਵੀ ਹੋ ਰਹੀਆਂ ਨੇ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਤਸਵੀਰ ਦਿਖਾਉਣੀ ਆ ਕਿ ਇਹ ਜਿਹੜੀ ਇੱਧਰ ਤਸਵੀਰ ਦੇਖੋ ਤੁਸੀਂ, ਇਹ ਜਿਹੜਾ ਜੰਮੂ ਕਟੜਾ ਐਕਸਪ੍ਰੈਸ ਵੇ ਆ, ਜਿਹੜਾ ਦਿੱਲੀ ਤੋਂ ਜਿਹੜਾ ਭਾਰਤ ਮਾਲਾ ਤਹਿਤ ਜਿਹੜਾ ਇੱਕ ਪੂਰੇ ਭਾਰਤ ਦੇ ਵਿੱਚ ਰੋਡ ਬਣਾਏ ਜਾ ਰਹੇ ਨੇ, 26 ਰੋਡ ਬਣਾਏ ਜਾ ਰਹੇ ਨੇ। ਇਹ ਰੋਡ ਨਿਕਲ ਰਿਹਾ, ਤੁਸੀਂ ਦੇਖ ਸਕਦੇ ਹੋ ਕਿ ਇਹ ਰੋਡ ਨਿਕਲ ਰਿਹਾ, ਅੱਗੇ ਭਰਤ ਪਿਆ ਹੋਇਆ ਹੈਗਾ। ਪਰ ਇਸ ਰੋਡ ਦੇ ਚੱਲਦੇ ਇੱਧਰ ਤੁਸੀਂ ਦੇਖੋ ਜਿਹੜੇ ਪੀਲੇ ਰੰਗ ਦੀਆਂ ਬੁਰਜੀਆਂ ਲੱਗੀਆਂ ਹੋਈਆਂ ਨੇ, ਇੱਥੋਂ ਦੀ ਇਹ ਰੋਡ ਜਾਣਾ ਬਣ ਕੇ ਜਾਣਾ। ਪਰ ਉਸ ਤੋਂ ਸਾਹਮਣੇ ਤੁਸੀਂ ਦੇਖੋ ਹੁਣ ਜਿਹੜੀ ਮੇਨ ਚੀਜ਼ ਆ, ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਤੇ ਲਾਈਕ ਵੀ ਕਰੋ। ਇਹ ਦੇਖੋ ਤੁਸੀਂ, ਇਹ ਘਰ ਹੈ ਤੇ ਉਸ ਤੋਂ ਅੱਗੇ ਆ ਜਾਂਦਾ ਇਹ ਘਰ, ਇਹ ਕੋਠੀ ਆ ਜਾਂਦੀ ਆ ਬਾਈ ਸੁੱਖੀ ਦੀ ਜਿਹੜੀ ਕੋਠੀ ਆ ਜਾਂਦੀ ਹੈ, ਕਿਉਂਕਿ ਇਹ ਬੀਜ ਦਾ ਕੰਮ ਕਰਦੇ ਨੇ। ਇੱਥੋਂ ਜਿਹੜਾ ਬੀਜ ਵੇਚਦੇ ਨੇ, ਆਪਣੀ ਇਹਨਾਂ ਦੀ ਇੱਕ ਫੈਕਟਰੀ ਲੱਗੀ ਹੋਈ ਸੀ ਇੱਥੇ ਨਾਲ ਹੀ, ਕਿਉਂਕਿ ਉਹ ਫੈਕਟਰੀ ਵੀ ਰੋਡ ਦੇ ਵਿੱਚ ਆ ਗਈ ਤੇ ਹੁਣ ਉਹਨਾਂ ਦੀ ਜਿਹੜੀ ਕਹਿ ਸਕਦੇ ਆ ਜਿਹੜੀ ਇਹ ਕੋਠੀ ਹੈ ਜਿਹੜੀ ਉਹ ਵੀ ਰੋਡ ਦੇ ਵਿੱਚ ਆ ਗਈ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਇਹ ਕੋਠੀ ਸੀ ਇਸ ਜਗ੍ਹਾ ਦੇ ਉੱਪਰ ਬਣੀ ਹੋਈ ਸੀ, ਪਰ ਹੁਣ ਇੱਕ ਨਵੀਂ ਤਕਨੀਕ ਦੇ ਨਾਲ ਇਸ ਕੋਠੀ ਨੂੰ 500 ਫੁੱਟ ਪਿੱਛੇ ਲਿਜਾਇਆ ਜਾ ਰਿਹਾ ਹੈ, ਕਿਉਂਕਿ ਇਸ ਰੋਡ ਦੇ ਜਿਹੜੀ ਜ਼ਮੀਨ ਸੀ ਉਸ ਰੋਡ ਦੀ ਜ਼ਮੀਨ ਤੋਂ ਦੂਰ ਲੈ ਕੇ ਜਾਇਆ ਜਾ ਰਿਹਾ। ਤੁਸੀਂ ਇਹ ਜਿਹੜੇ ਖਾਲੀ ਜਗ੍ਹਾ ਦੇਖ ਰਹੇ ਹੋ, ਇਹ ਜਗ੍ਹਾ ਦੇ ਵਿੱਚ ਇੱਥੇ ਕੋਠੀ ਮੌਜੂਦ ਸੀ। ਇਸ ਜਗ੍ਹਾ ਦੇ ਉੱਪਰ ਇਹ ਕੋਠੀ ਦਾ ਐਂਟਰੀ ਪੁਆਇੰਟ ਆ, ਜਿਹੜਾ ਗੇਟ ਹੈਗਾ, ਇਸ ਜਿਹੜੀ ਐਂਟਰੀ ਸਟਾਰਟ ਹੁੰਦੀ ਸੀ ਤੇ ਇਸ ਤੋਂ ਅੱਗੇ ਬਾਅਦ ਦੇ ਵਿੱਚ ਇਹ ਕੋਠੀ ਇੱਥੇ ਸੀ, ਕਿਉਂਕਿ ਪੂਰਾ ਪ੍ਰੋਜੈਕਟ ਆ ਜਿਹੜਾ ਰੋਡ ਦਾ ਪ੍ਰੋਜੈਕਟ ਆ ਉਸ ਦੇ ਵਿੱਚ ਆ ਰਹੀ ਸੀ। ਹੁਣ ਇਸ ਨੂੰ ਰੋਡ ਦੀ ਜਿਹੜੀ ਜਗ੍ਹਾ ਹੈਗੀ ਉਸ ਤੋਂ ਬਾਹਰ ਲੈ ਕੇ ਜਿਹੜੀ ਕੋਠੀ ਨੂੰ ਦੂਰ ਲੈ ਕੇ ਜਾਇਆ ਜਾ ਰਿਹਾ, ਤਾਂ ਜੋ ਰੋਡ ਦੇ ਏਰੀਆ ਦੇ ਵਿੱਚ ਨਾ ਆਵੇ। ਬਾਈ ਸੁੱਖੀ ਸਾਡੇ ਨਾਲ ਹੋਣਗੇ। ਘਰ ਤੋੜ ਕੇ ਪਿੱਛੇ ਲਿਜਾਣਾ ਪੈ ਰਿਹਾ ਹੈਗਾ, ਤੇ ਇਹ ਕਿਵੇਂ ਕੀ ਕਾਰਨ ਹੋਇਆ? ਜਿਵੇਂ ਮੈਂ ਪਹਿਲਾਂ ਜ਼ਿਕਰ ਵੀ ਕਰਿਆ ਕਿ ਕਟੜਾ ਐਕਸਪ੍ਰੈਸ ਵੇ ਜਿਹੜਾ ਜਾ ਰਿਹਾ ਹੈਗਾ, ਤਾਂ ਮਤਲਬ ਕਿ ਇਹ ਚੀਜ਼ਾਂ ਕਿਵੇਂ ਦਿਮਾਗ 'ਚ ਆਈਆਂ ਕਿ ਹੁਣ ਘਰ ਨੂੰ ਹੀ ਇਸ ਰਸਤੇ ਤੋਂ ਰੋਡ ਤੋਂ ਦੂਰ ਕਰ, ਰੇਲ ਗੱਡੀ ਵਾਂਗੂ ਤੁਸੀਂ ਘਰ ਨੂੰ ਰੋੜ ਲਿਆ। ਹਾਂਜੀ ਬਾਈ ਜੀ, ਜਿਵੇਂ ਪਹਿਲਾਂ ਮੈਂ ਦੱਸਿਆ ਕਿ ਸਾਨੂੰ ਇੱਕ ਤਾਂ ਕੌਸਟ ਬਹੁਤ ਜ਼ਿਆਦਾ ਆਉਂਦੀ ਜੇ ਅਸੀਂ ਤੋੜ ਕੇ ਇਹਨੂੰ ਬਣਾਉਂਦੇ, ਤੇ ਬਾਕੀ ਸਾਡੇ ਕੋਲ ਟਾਈਮ ਨਹੀਂ ਸੀਗਾ। ਸਾਡਾ ਬਿਜ਼ਨਸ ਦਾ ਕੰਮ ਹੈ ਬਾਈ ਜੀ ਸਾਨੂੰ, ਕਿਉਂਕਿ ਜੇ ਆਪਾਂ ਠੇਕਾ ਵੀ ਦੇਵਾਂਗੇ ਸੁਪਰਵਿਜ਼ਨ ਤਾਂ ਆਪਾਂ ਨੂੰ ਰੱਖਣੀ ਪਊਗੀ ਨਾ ਫਿਰ ਵੀ। ਤੇ ਬਾਕੀ ਇਸ ਕਰਕੇ ਰਹਿਣਾ ਵੀ ਬੜਾ ਮੁਸ਼ਕਲ ਹੋਊਗਾ ਜੇ ਤੁਸੀਂ ਘੱਟ ਆ। ਮੁਸ਼ਕਿਲ ਬਾਈ ਜੀ, ਆਪਣਾ ਇੱਕ ਦੋ ਘਰ ਸੀਗੇ, ਦੇਖੋ ਇੱਕ ਇਹ ਘਰ ਸੀਗਾ, ਇੱਕ ਇਹ ਨਵਾਂ ਬਣਾਇਆ ਸੀ। ਅਸੀਂ ਹੁਣ ਇਹਦੇ ਵਿੱਚ ਹਜੇ ਸ਼ਿਫਟ ਹੋ ਗਏ ਫਿਲਹਾਲ। ਜਦੋਂ ਤੱਕ ਇਹ ਉੱਥੇ ਨਹੀਂ ਚਲਾ ਜਾਂਦਾ ਤਾਂ ਅਸੀਂ ਅਜੇ ਇੱਥੇ ਰਹਿ ਰਹੇ ਹਾਂ ਟੈਂਪਰੇਰੀ। ਬਾਈ ਜੀ ਨਾਲ ਆਪਾਂ ਚੱਲਦੇ ਹਾਂ। ਅੱਛਾ, ਪਹਿਲੇ ਇਸ ਘਰ ਦੇ ਉੱਪਰ ਲਾਗਤ ਕਿੰਨੀ ਆਈ? ਇਹਦੇ ਉੱਤੇ ਬਾਈ ਜੀ ਐਗਜ਼ੈਕਟ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਇਹ ਮੰਨ ਕੇ ਚੱਲੋ 1.25 ਕਰੋੜ ਤੋਂ ਤੁਸੀਂ ਉੱਪਰ ਹੀ ਮੰਨ ਕੇ ਚੱਲੋ, ਕਿਉਂਕਿ ਹਰ ਇੱਕ ਚੀਜ਼ ਆਪਾਂ ਨੇ ਟੌਪ ਕਲਾਸ ਹੀ ਲਾਈ ਸੀ। ਕਿਉਂਕਿ ਇੱਕੋ ਵਾਰੀ ਆਪਾਂ ਨੂੰ ਹੁੰਦਾ ਕਿ ਜ਼ਿੰਦਗੀ 'ਚ ਆਪਾਂ ਜਿਹੜਾ ਮਕਾਨ ਹੈ ਉਹ ਇੱਕੋ ਵਾਰੀ ਬਣਾਉਣਾ ਹੈ ਨਾ, ਤੇ ਉਸ ਕਰਕੇ ਇੱਥੇ ਕੋਈ ਨਾ ਕੋਈ ਨੇੜੇ ਤੇੜੇ ਬਾਈ ਜੀ ਰੋਡ ਸੀਗੀ ਹੈ ਨਾ ਕੋਈ ਲਿੰਕ ਰੋਡ। ਜਿਹੜੀਆਂ ਆ ਨੀਵਾਂ ਨੇ, ਮਤਲਬ ਕਿ ਇਸ ਜਗ੍ਹਾ ਦੇ ਉੱਪਰ ਇੱਕ ਥੋੜਾ ਘਰ ਬਣਾਇਆ ਹੋਇਆ। ਹਾਂ, ਇਹ ਕੋਠੀ ਸੀਗੀ ਬਾਈ ਜੀ, ਇਹ ਕਾਫੀ ਡੂੰਘੀ ਸੀ। ਇਹ 5-6 ਫੁੱਟ ਇਹਨਾਂ ਨੇ ਮਿੱਟੀ ਹੈ ਜਿਹੜੀ ਇਹ ਕੱਢ ਕੇ ਉਧਰ ਪਰੇ ਸਿੱਟੀ, ਉਹ ਪਰਲੇ ਪਾਸੇ ਜਿਹੜੀ ਤੁਸੀਂ ਦੇਖ ਰਹੇ ਹੋ। ਅੱਛਾ, ਕਿਉਂਕਿ ਇਹ ਜਿਵੇਂ ਤੁਸੀਂ ਦੇਖ ਸਕਦੇ ਹੋਗੇ, ਇਹ ਇੱਥੋਂ ਕੋਠੀ ਨੂੰ ਸ਼ਿਫਟ ਕੀਤਾ ਗਿਆ ਅੱਗੇ 200 ਫੁੱਟ ਅੱਗੇ ਚਲੀ ਗਈ ਆ ਤੇ 250 ਫੁੱਟ ਹੋਰ ਜਾਣੀ ਆ। ਇਸ ਪੂਰੇ ਕੰਮ ਨੂੰ ਜਿਹੜਾ ਕਹਿ ਸਕਦੇ ਆ, ਇਸ ਚੈਲੰਜ ਨੂੰ ਲਿਆ ਗਾ ਇਹ ਬਾਈ ਜੀ ਨੇ, ਜਿਨ੍ਹਾਂ ਦੇ ਕੋਲ ਇਸ ਦਾ ਜਿਹੜਾ ਇਹ ਠੇਕਾ ਗਾ, ਜਿਸ ਨੇ ਚੈਲੰਜ ਲਿਆ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਂ ਜੀ ਸ਼ਾਹਿਦ ਹੈ ਜੀ। ਸ਼ਾਇਦ ਜੀ ਪਹਿਲਾਂ ਕਦੇ ਐਡੀ ਦੂਰ ਕੋਠੀ ਲੈ ਕੇ ਗਏ ਹੋ, ਘਰ ਲੈ ਕੇ ਗਏ ਹੋ ਸ਼ਿਫਟ ਕਰ? ਪਹਿਲਾਂ ਐਡੀ ਦੂਰ ਤਾਂ ਨਹੀਂ ਲੈ ਕੇ ਗਏ, ਵੈਸੇ 50 ਫੁੱਟ 60 ਫੁੱਟ ਤੱਕ ਲੈ ਕੇ ਗਏ ਅਸੀਂ ਕੋਠੀਆਂ। ਅੱਛਾ, ਫਿਰ ਚੈਲੰਜ ਕਿੱਡਾ ਕੁ ਵੱਡਾ ਲੱਗਿਆ? ਕਿਉਂਕਿ ਕੋਠੀ ਦੇ ਉੱਪਰ ਰੁਪਈਆ ਬਹੁਤ ਜ਼ਿਆਦਾ ਲੱਗਿਆ ਸੀ, 1.5 ਕਰੋੜ ਰੁਪਏ ਦੀ ਕੋਠੀ ਸੀ, ਉਸ ਨੂੰ ਸ਼ਿਫਟ ਕਰਨਾ ਤਾਂ ਚੈਲੰਜ ਬਹੁਤ ਵੱਡਾ ਹੁੰਦਾ। ਹਾਂਜੀ, ਚੈਲੰਜ ਤਾਂ ਵੱਡਾ ਹੀ ਸੀ। ਦੇਖੋ ਪਹਿਲਾਂ ਜਦੋਂ ਅਸੀਂ ਦੇਖ ਕੇ ਗਏ, ਅਸੀਂ ਦੇਖਿਆ ਇਹ ਕੰਮ, ਪਹਿਲਾਂ ਤਾਂ ਸਾਨੂੰ ਇੱਕ ਵਾਰੀ ਬਹੁਤ ਵੱਡਾ ਚੈਲੰਜ ਲੱਗਿਆ। ਫਿਰ ਜਦੋਂ ਅਸੀਂ ਇਹਦੀ ਲਾਈਨਾਂ ਲੂਨਾਂ ਪਾ ਕੇ ਕਰਨ ਲੱਗੇ, ਉਹ ਤੋਂ ਬਾਅਦ ਸਾਨੂੰ ਕੋਈ ਇਹਦਾ ਮਤਲਬ ਕਿ ਇੰਨਾ ਪ੍ਰਭਾਵ ਨਹੀਂ ਪਿਆ। ਅੱਛਾ, ਦਿਖਾਓ ਤੁਸੀਂ ਇਹਨੂੰ ਕਿ 200 ਮੀਟਰ ਕਿਵੇਂ ਲੈ ਕੇ ਗਏ ਇਹਨੂੰ ਅੱਗੇ? 200 ਫੁੱਟ ਸੌਰੀ, ਇਹ ਜੈਕਾਂ ਨਾਲ ਲੈ ਕੇ ਗਏ ਆਪਾਂ ਜੀ। ਜੈਕ ਲਾਏ ਹੋਏ ਨੇ, ਰੋਡੂ ਪਾਏ ਹੋਏ ਨੇ, ਮਤਲਬ ਕਿ ਚੈਨਲ ਚੁਨਰ ਵਿਛਾ ਆਮ ਤੌਰ ਤੇ ਇਹ ਚੀਜ਼ਾਂ ਤਾਂ ਆਪਾਂ ਦੇਖੀਆਂ ਸੀ ਕਿ ਕੋਠੀ ਨੂੰ ਨੀਵੀਂ ਰਹਿ ਗਈ, 10 ਫੁੱਟ ਉੱਚੀ ਚੱਕਣੀ ਸੌਖੀ ਰਹਿੰਦੀ ਹੈ। ਹਾਂਜੀ, ਚੱਕਣੀ ਇਹ ਬਲਕਿ ਸੌਖੀ ਸਾਨੂੰ ਇਹ ਲੱਗਦੀ ਹੈ ਜੀ। ਅੱਛਾ, ਤੁਹਾਨੂੰ ਚੱਕਣ ਨਾਲੋਂ ਇਹ ਚੈਲੰਜ ਸੌਖਾ ਲੱਗਦਾ? ਇਹ ਜ਼ਿਆਦਾ ਸੌਖੀ ਲੱਗਦੀ ਸਾਨੂੰ, ਇਹਦਾ ਬਸ ਕਰਨੀ ਹੀ ਹੈ ਸਿੱਧੀ ਕਰਕੇ। ਮਤਲਬ ਕਿ ਤੁਹਾਡੀ ਸਾਰੀ ਤੁਹਾਡੇ ਮੁੰਡੇ ਤੁਹਾਡੇ ਅੰਡਰ ਕੰਮ ਕਰਦੇ? ਇਹ ਸਾਰੇ ਸਾਡੇ ਅੰਦਰ ਹੀ ਕੰਮ ਕਰਦੇ ਨੇ ਜੀ, ਆਪਣੇ ਪਿੰਡ ਦੇ ਹੀ ਨੇ ਸਾਰੇ ਮੁੰਡੇ, ਪਿੰਡੋਂ ਹੀ ਸਾਡੀ। ਫਿਰ ਤਾਲਮੇਲ ਕਿਵੇਂ ਰਹਿੰਦਾ? ਕਿਉਂਕਿ ਅਗਰ ਕੋਈ ਇੱਕ ਬੰਦਾ ਚੂਕ ਕਰ ਗਿਆ, ਇੱਕ ਬੰਦੇ ਨੇ ਕੋਈ ਗਲਤੀ ਕਰ ਲਈ ਤਾਂ ਬਹੁਤ ਵੱਡਾ ਚੈਲੰਜ ਹੁੰਦਾ। ਤੁਸੀਂ ਤੇ ਖਤਰਾ ਵੀ ਰਹਿੰਦਾ ਕਿਉਂਕਿ ਅੰਦਰ ਰਹਿ ਕੇ ਤੁਸੀਂ ਕੰਮ ਕਰਦੇ ਹੋ। ਇਹਦੇ ਵਿੱਚ ਜੀ ਆਪਣੇ 4-5 ਦਾ ਫੋਰਮੈਨ ਲੱਗੇ ਹੋਏ ਨੇ ਜੀ। ਬਾਕੀ ਨੰਬਰ ਬੋਲਦੇ ਹਾਂ ਅਸੀਂ, ਇੱਕ ਨੰਬਰ ਚਿੱਟੇ ਤੇ
2 ਨੰਬਰ ਲਾਲ ਤੇ ਮਤਲਬ ਐਵੇਂ ਨੰਬਰ ਲਾਏ ਹੋਏ ਨੇ, ਨਿਸ਼ਾਨ ਲਾਏ ਹੋਏ ਨੇ, ਨੰਬਰ ਦੇ ਹਿਸਾਬ ਨਾਲ ਹੀ ਇੱਕ ਇੱਕ ਨੰਬਰ ਲਾਉਂਦੇ ਨੇ ਸਾਰੇ ਬੰਦੇ। ਉਹਦੇ ਨਾਲ ਸਾਨੂੰ ਤੁਸੀਂ ਦੇਖੋ ਇਹ ਕਿਸ ਤਰ੍ਹਾਂ ਜਾ ਰਹੀ ਆ ਅੱਗੇ, ਤਾਂ ਤੁਹਾਨੂੰ ਦੱਸਦੇ ਆ ਕਿ ਪਹਿਲਾਂ ਬਾਈਆਂ ਨੇ ਜਿਹੜੀਆਂ ਇਹ ਨੀਮਾਂ ਨੇ ਜਿਹੜੀਆਂ ਇਹ ਬਣਾਈਆਂ ਗਈਆਂ ਨੇ, ਇਸ ਦੇ ਉੱਪਰ ਫਿਰ ਇੱਕ ਲੀਹ ਬਣਦੀ ਆ, ਲੀਹ ਤੋਂ ਅੱਗੇ ਜਾ ਕੇ ਇੱਕ ਕੋਠੀ ਚੱਲਦੀ ਹੈ। ਪੂਰੀ ਲੇਬਰ ਆ ਜਿਹੜੀ, ਇਹ ਮੁੰਡੇ ਨੇ ਜਿਹੜੇ ਇਹਨਾਂ ਦੇ ਨਾਲ ਬਾਈ ਦੇ ਕੰਮ ਕਰਦੇ ਨੇ, ਇਹ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਕੋਠੀ ਆ ਜਿਹੜੀ ਇਹ ਅੱਗੇ ਚੱਲਦੀ ਆ। ਇਹ ਲੀਹ ਆ, ਜਿਵੇਂ ਰੇਲ ਗੱਡੀ ਆਪਾਂ ਕਹਿ ਸਕਦੇ ਹਾਂ ਕਿ ਗੱਡੀ ਲੀਹ ਦੇ ਉੱਪਰ ਦੌੜਦੀ ਆ, ਤਾਂ ਇਸੇ ਤਰੀਕੇ ਦੇ ਨਾਲ ਇਹ ਕੋਠੀ ਵੀ ਦੌੜ ਰਹੀ ਹੈਗੀ। 200 ਫੁੱਟ ਆ ਚੁੱਕੀ ਆ। ਉਸ ਤੋਂ ਅੱਗੇ ਦੇਖੋ ਤੁਸੀਂ ਇਹਨਾਂ ਨੇ ਜੈਕ ਲਗਾਏ ਨੇ, ਜੈਕ ਲਾਉਣ ਤੋਂ ਬਾਅਦ ਫਿਰ ਉਸ ਤੋਂ ਅੱਗੇ ਜਿਹੜਾ ਇਹਨੂੰ ਅੱਗੇ ਲਿਜਾਣ ਦਾ ਜਿਹੜਾ ਪ੍ਰੋਸੈਸ ਹੈ, ਪਹਿਲਾਂ ਇਹ ਚੱਕੀ ਗਈ ਆ, ਉੱਪਰ ਚੱਕੀ ਗਈ ਆ, ਉਸ ਤੋਂ ਬਾਅਦ ਫਿਰ ਇਹਨਾਂ ਨੇ ਨੀਚੇ ਜਿਹੜੇ ਇਹ ਚੀਜ਼ਾਂ ਨੇ ਇਹ ਲਾਈਆਂ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਲੋਹੇ ਦੇ ਜਿਹੜੇ ਕਹਿ ਸਕਦੇ ਆ ਰੋੜਨ ਦੇ ਲਈ ਜਦੋਂ ਇਹਦੇ ਵਿੱਚ ਰੋੜੂ ਲਾਏ ਗਏ ਨੇ, ਇੱਥੇ ਜਦੋਂ ਉੱਪਰਲੇ ਗਲੈਰਨ ਤੇ ਇਸ ਦੇ ਵਿਚਾਲੇ ਲਾਏ ਗਏ ਨੇ। ਫਿਰ ਇਸ ਤੋਂ ਬਾਅਦ ਇਹ ਦਿਨ ਦੇ ਵਿੱਚ ਕੋਸ਼ਿਸ਼ ਕਰਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਰੋੜਿਆ ਜਾਏ। ਬਾਈ ਜੀ ਕਿੰਨੀ ਇੱਕ ਦਿਨ ਦੇ ਵਿੱਚ ਕਿੰਨੀ ਇਹਨੂੰ ਤੋੜ ਲੈਂਦੇ? ਅਸੀਂ ਇੱਕ ਦਿਨ ਦੇ ਵਿੱਚ 10-12 ਫੁੱਟ ਰੋੜ ਦਿੰਦੇ ਹਾਂ ਜੀ, 10-12-15 ਫੁੱਟ ਤੱਕ ਹੱਦ ਮਤਲਬ ਕਿ ਲਾਸਟ। ਅੱਛਾ, ਫਿਰ ਇਹ ਜਦੋਂ ਇਹਨੂੰ ਅੱਗੇ ਤੋਰਦੇ ਹੋ, ਹਾਂਜੀ, ਅੱਗੇ ਤੋਰਨ ਲਈ ਜੈਕਾਂ ਦਾ ਕੰਮ ਕਰਦਾ ਜਾਂ ਫਿਰ ਉਹ ਜੈਕ ਕੰਮ ਕਰਦਾ? ਉਹੀ ਜੈਕ ਕੰਮ ਕਰਦਾ ਜੀ ਇਕੱਲਾ, ਇਹ ਤਾਂ ਬਸ ਖੜਾਈ ਹੋਏ ਨੇ ਇੱਕ ਵਾਰੀ ਹਾਂਜੀ, ਇਹ ਸਪੋਰਟ ਬੈਲੈਂਸ ਬਣਾ ਰੱਖਿਆ ਦਾ ਜੀ। ਇਹ ਬਸ ਡੇਲੀ ਲੈਵਲ ਕਰਦੇ ਹਾਂ ਅਸੀਂ, ਲੈਵਲ ਦੇ ਵਿੱਚ ਰੱਖਦੇ ਹਾਂ ਕੋਠੀ ਨੂੰ, ਲੈਵਲ ਦੇ ਵਿੱਚ ਹੀ ਕਰ ਰਹੇ ਹਾਂ ਅਸੀਂ ਸਾਰਾ ਕੰਮ, ਇਸ ਕਰਕੇ ਵਧੀਆ ਚੱਲ ਰਿਹਾ। ਮਤਲਬ ਤੁਹਾਨੂੰ ਅੱਗੇ ਤੋਂ ਦਿਖਾਉਂਦੇ ਆ ਕਿ ਕਿਉਂਕਿ ਬਾਈ ਜਿਵੇਂ ਦੱਸਿਆ, ਸੁੱਖੀ ਬਾਈ ਨੇ ਦੱਸਿਆ ਕਿ 1.5 ਕਰੋੜ ਰੁਪਇਆ ਲਗਭਗ ਇਹਨਾਂ ਦੇ ਕੋਠੀ ਦੇ ਉੱਪਰ ਲੱਗਿਆ, ਕਿਉਂਕਿ ਜਦੋਂ ਤੁਸੀਂ ਕੋਠੀ ਦੇ ਵਿੱਚ ਨਾ ਫਰਨੀਚਰ ਦਾ ਕੰਮ ਕਰਦੇ ਹੋ, ਲੱਕੜ ਦਾ ਕੰਮ ਕਰਾਉਣੇ ਹੋ, ਤਾਂ ਬਹੁਤ ਪੈਸਾ ਲੱਗਦਾ ਲੱਕੜ ਦੇ ਕੰਮ ਦੇ ਵਿੱਚ। ਇਸੇ ਨੂੰ ਲੈ ਕੇ ਉਹਨਾਂ ਨੇ ਇਹ ਚੈਲੰਜ ਲਿਆ, ਕਿਉਂਕਿ ਭਾਵੇਂ ਕਿ ਮੁਆਵਜ਼ੇ ਦੇ ਤੌਰ ਤੇ ਪੈਸਾ ਮਿਲਿਆ, ਇਹ ਨਹੀਂ ਹੈਗਾ ਕਿ ਪੈਸਾ ਨਹੀਂ ਮਿਲਿਆਗਾ, ਇਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਗਿਆ। ਪਰ ਉਹ ਬਾਈ ਕਹਿ ਰਹੇ ਨੇ ਕਿ ਜਦੋਂ ਉਸ ਸਮੇਂ ਕੋਠੀ ਪਾਈ ਸੀ, ਉਸ ਸਮੇਂ ਮਹਿੰਗਾਈ ਜਿਹੜੀ ਘੱਟ ਸੀ, ਅੱਜ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ। ਜੇ ਉਸ ਟਾਈਮ 1.5 ਕਰੋੜ ਦੇ ਲਗਭਗ ਕੋਠੀ ਤਿਆਰ ਹੋਈ ਸੀ, ਤਾਂ ਹੁਣ ਬਾਈ ਜੀ ਮੈਨੂੰ ਲੱਗਦਾ ਉਹੀ ਤਾਂ 2 ਕਰੋੜ ਦੇ ਆਸ-ਪਾਸ। ਦੋ ਤੋਂ ਤਾਂ ਬਾਈ ਜੀ ਉੱਪਰ ਹੀ ਜਾਊਗਾ ਕੰਮ, ਕਿ ਜਿਹੜੇ ਹਿਸਾਬ ਨਾਲ ਮਟੀਰੀਅਲ ਹੈਗਾ ਹੁਣ। ਕਿਉਂਕਿ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸਾਂ ਵੀ ਇੱਟ ਜਿਹੜੀ ਆਪਾਂ ਇਕੱਲੀ ਮੰਨ ਲਈਏ, ਇੱਟ ਉਦੋਂ ਬਾਈ ਜੀ 33-3400 ਰੁਪਏ ਨੂੰ ਆਪਾਂ ਲਈ ਸੀਗੀ ਜਦੋਂ ਤੁਸੀਂ ਕੋਠੀ ਪਾਈ? ਕੋਠੀ ਪਾਉਣੀ ਸਟਾਰਟ ਕੀਤੀ ਸੀ, ਤੇ ਹੁਣ ਤੁਸੀਂ ਦੇਖ ਲਓ ਵੀ ਉਹੀ 6000 ਦੇ ਨੇੜੇ ਹੈਗੀ ਇੱਟ, ਉਹੀ ਡਬਲ ਹੋ ਗਈ। ਬਾਕੀ ਸਾਰਾ ਮਟੀਰੀਅਲ ਸਰੀਆ ਜਿਹੜਾ ਹੋਰ ਕੋਈ ਦਿੱਕਤ ਤਾਂ ਨਹੀਂ ਆਈ। ਤੁਸੀਂ ਦੇਖੋ ਚਾਰੇ ਪਾਸੇ ਕੋਠੀ ਦੇ ਉੱਪਰ ਕੈਮਰਾ ਜੇ ਆਪਾਂ ਘੁਮਾਵਾਂਗੇ ਤਾਂ ਤੁਹਾਨੂੰ ਕੋਈ ਵੀ ਜਿਹੜੀ ਤਰੇੜ ਆ ਉਹ ਨਜ਼ਰ ਨਹੀਂ ਆਏਗੀ, ਕਿਉਂਕਿ ਬੜੇ ਹੀ ਬਰੀਕੀ ਦੇ ਨਾਲ, ਬੜੇ ਹੀ ਸੂਝ-ਬੂਝ ਦੇ ਨਾਲ ਜਿਹੜਾ ਇਹ ਕੰਮਕਾਜ ਹੁੰਦਾਗਾ। ਜਿਹੜੀ ਕੋਠੀ ਅੱਗੇ ਵੱਧਦੀ ਹੈਗੀ, ਜਿਵੇਂ ਇਹ 200 ਫੁੱਟ ਚੱਲ ਕੇ ਆਈ ਹੈ ਤੇ 200 ਫੁੱਟ ਹੀ ਹੋਰ ਅੱਗੇ ਚਲੇ ਜਾਏਗੀ, ਤਾਂ ਇੱਥੋਂ ਜਿਹੜਾ ਇਹ ਏਰੀਆ ਹੈਗਾ, ਜਿਹੜਾ ਰੋਡ ਦਾ ਏਰੀਆ ਹੈਗਾ, ਰੋਡ ਦੇ ਏਰੀਆ ਤੋਂ ਇਹ ਬਾਹਰ ਲੈ ਜਾਣਗੇ। ਬਾਈ ਜੀ ਇਹ ਤੋਂ ਕਿੱਥੇ ਸ਼ਿਫਟ ਕਰਨੀ ਹੈ ਹੁਣ, ਜਾ ਕੇ ਟਿਕੇਗੀ ਕਿੱਥੇ? ਇਹ ਵੀਰ ਜੀ ਪਹਿਲਾਂ ਤਾਂ ਉੱਥੇ ਸਾਹਮਣੇ ਜਾਏਗੀ, ਉਹ ਜਿੱਥੇ ਝੋਨਾ ਦਿਖ ਰਿਹਾ ਆਪਾਂ ਨੂੰ, ਉੱਥੋਂ ਫਿਰ ਇੱਧਰ ਨੂੰ ਮੁੜੂਗੀ ਕੋਠੀ। ਅੱਛਾ, ਫਿਰ ਦੁਬਾਰੇ ਫਿਰ ਮੋੜੋਗੇ? ਇੱਥੋਂ ਮੋੜੂਗੇ, ਉਹ ਘਰ ਜਿਹੜਾ ਦਿਖਦਾ ਉਹਦੇ ਬਰਾਬਰ ਜਾਊਗੀ, ਜਿਹੜਾ ਉਹ ਘਰ ਦਿਖ ਰਿਹਾ। ਬਿਲਕੁਲ। ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੈਲੰਜ ਬਹੁਤ ਵੱਡਾ ਹੈ। ਪਹਿਲਾਂ ਸਿੱਧੀ ਆ ਰਹੀ ਹੈ, 500 ਫੁੱਟ ਸਿੱਧੀ ਆਏਗੀ, ਫਿਰ ਉਸ ਤੋਂ ਬਾਅਦ ਲਗਭਗ ਕਹਿ ਸਕਦੇ ਆ 50-60 ਫੁੱਟ ਜਿਹੜੀ ਸਾਈਡ ਤੇ ਮੁੜੇਗੀ, ਜਿੱਥੇ ਉਹ ਘਰ ਨੇ ਉਹ ਘਰਾਂ ਦੇ ਨਾਲ ਜਾ ਕੇ ਲੱਗੀ, ਕਿਉਂਕਿ ਉਹ ਘਰ ਰੋਡ ਦੇ ਏਰੀਏ ਤੋਂ ਬਾਹਰ ਆ ਜਾਂਦੇ ਨੇ, ਰੋਡ ਤੋਂ ਸਾਈਡ ਤੇ ਨਿਕਲ ਜਾ ਕੇ ਤਾਂ ਇੱਥੇ ਘਰ ਪਾਉਣਗੇ। ਬਾਈ ਜੀ ਦਾ ਮਕਸਦ ਇਹ ਆ, ਹੁਣ ਕਈ ਵੀਰਾਂ ਦੇ ਦਿਮਾਗ ਦੇ ਵਿੱਚ, ਇਹ ਜ਼ਿਹਨ ਦੇ ਵਿੱਚ ਇਹ ਸਵਾਲ ਵੀ ਉੱਠ ਰਹੇ ਹੋਣਗੇ ਕਿ ਜਦੋਂ ਜੇ ਅਗਰ ਕਰੋੜ ਰੁਪਇਆ ਲੱਗਿਆ ਤਾਂ ਮੁਆਵਜ਼ਾ ਵੀ ਕਰੋੜ ਰੁਪਇਆ ਮਿਲਿਆ ਹੋਏਗਾ, ਇਹਦੇ ਵਿੱਚ ਕੋਈ ਦੋ ਸ਼ੱਕ ਨਹੀਂ, ਕਿਉਂਕਿ ਉਹਨਾਂ ਨੇ ਮੁਆਵਜ਼ਾ ਦਿੱਤਾ ਹੋਏਗਾ ਵੀ ਫਿਰ ਇਸ ਦੇ ਉੱਪਰ 40-50 ਲੱਖ ਰੁਪਇਆ ਖਰਚ ਕਿਉਂ ਕਰ ਰਹੇ ਨੇ, ਕਿਉਂਕਿ 13-1400 ਰੁਪਏ ਸਕੁਅਰ ਫੁੱਟ ਦੇ ਹਿਸਾਬ ਦੇ ਨਾਲ ਜਿਹੜੀ ਇਹ ਅੱਗੇ ਚੱਲ ਰਹੀ ਹੈ ਕਿ ਜਿਹੜੇ ਸ਼ਿਫਟਿੰਗ ਕਰਨ ਦਾ ਜਿਹੜਾ ਕੰਮ ਆ ਬਾਈ ਜੀ ਲਵਿਆ। ਤਾਂ ਪਰ ਇਹ ਹੈਗਾ ਵੀ ਜਿਹੜਾ ਇਹਨਾਂ ਨੇ ਫਰਨੀਚਰ ਦਾ ਕੰਮ ਕਰਿਆ, ਜਿਵੇਂ ਤੁਸੀਂ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਲੱਕੜੀ ਦੇ ਦਰਵਾਜ਼ੇ ਲੱਗੇ ਨੇ ਜਾਂ ਅੰਦਰ ਪੂਰਾ ਕੰਮ ਜਿਹੜਾ ਕਰਿਆ ਹੈਗਾ, ਉਹ ਬਾਈ ਜੀ ਕਹਿ ਰਹੇ ਨੇ ਕਿ ਉਹ ਸਾਰਾ ਵੇਸਟੇਜ ਚਲਾ ਜਾਣਾ ਸੀ। ਤੁਸੀਂ ਇਹ ਦੇਖੋ, ਜੇ ਤੁਸੀਂ ਅੰਦਰ ਆ ਕੇ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਕਿ ਕਿਸ ਤਰ੍ਹਾਂ ਦਾ ਜਿਹੜਾ ਕੰਮਕਾਰ ਆ ਬਾਈਆਂ ਨੇ ਪੂਰਾ ਲੱਕੜ ਦਾ ਕੰਮ ਜਿਹੜਾ ਇਸ ਵੱਡੇ ਪੱਧਰ ਦੇ ਉੱਪਰ ਇਸ ਦੇ ਵਿੱਚ ਹੋਇਆ ਹੋਏਗਾ, ਕਿਸੇ ਪ੍ਰਕਾਰ ਦੇ ਕਿਸੇ ਕੰਮ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਸੇ ਤਰੀਕੇ ਦੇ ਨਾਲ ਇਹ ਬਿਲਕੁਲ ਕੋਠੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ, ਕਿਉਂਕਿ ਇਹ ਜਿਹੜਾ ਮੇਨ ਹਾਲ ਹੈਗਾ, ਉਸ ਤੋਂ ਬਾਅਦ ਇਹ ਕਮਰੇ ਨੇ, ਏਸੀ ਲੱਗੇ ਹੋਏ ਨੇ, ਇਹ ਨਾਲ ਤੁਸੀਂ ਵਾਸ਼ਰੂਮ ਦੇਖ ਸਕਦੇ ਹੋ। ਇੱਧਰ ਤੁਸੀਂ ਦੇਖੋ ਸਾਹਮਣੇ ਕਿਚਨ ਆ ਗਈ, ਕਿਚਨ ਉਸੇ ਤਰ੍ਹਾਂ ਹੀ ਬਣੀ ਹੋਈ ਆ, ਬਿਜਲੀ ਦੀ ਫੀਟਿੰਗ ਉਸੇ ਤਰ੍ਹਾਂ, ਕੋਈ ਚੀਜ਼ ਨੂੰ ਕਿਸੇ ਪ੍ਰਕਾਰ ਤੁਹਾਨੂੰ ਕਿਸੇ ਵੀ ਜਗ੍ਹਾ ਦੇ ਉੱਪਰ ਕੋਈ ਤਰੇੜ ਤੁਹਾਨੂੰ ਨਜ਼ਰ ਨਹੀਂ ਆ ਰਹੀ, ਕਿਉਂਕਿ ਬੜੀ ਸਾਵਧਾਨੀ ਦੇ ਨਾਲ ਕੰਮ ਜਿਹੜਾ ਚੱਲਦਾ ਹੈ। ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਲੱਕੜ ਦਾ ਕੰਮ, ਜਿਵੇਂ ਬਾਈ ਜੀ ਕਹਿ ਰਹੇ ਸੀ ਕਿ ਇਹ ਲੱਕੜ ਦਾ ਕੰਮ ਬਹੁਤ ਜ਼ਿਆਦਾ ਕੋਠੀ ਦੇ ਵਿੱਚ ਹੋਇਆ ਹੈ, ਹਰ ਕਮਰੇ ਦੇ ਵਿੱਚ ਤੁਹਾਨੂੰ, ਸੱਤਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ, ਜਿਸ ਨੂੰ ਲੈ ਕੇ ਉਹਨਾਂ ਨੂੰ ਇਹ ਚੈਲੰਜ ਲੱਗਿਆ ਕਿ ਇੰਨਾ ਕੰਮ ਦੁਬਾਰਾ ਨਹੀਂ ਹੋ ਸਕਦਾ। ਇਸ ਨੂੰ ਲੈ ਕੇ ਅਸੀਂ ਜ਼ਿਆਦਾਤਰ ਅੰਦਰ ਨਹੀਂ ਰਵਾਂਗੇ, ਕਿਉਂਕਿ ਜਿਹੜਾ ਇਹ ਰਿਸਕ ਦਾ ਥੋੜਾ ਜਿਹਾ ਕੰਮ ਰਹਿੰਦਾ, ਕਿਉਂਕਿ ਇਹ ਤਾਂ ਟੈਕਨੀਕਲੀ ਤੌਰ ਦੇ ਉੱਪਰ ਜਿਹੜੇ ਮਾਹਰ ਨੇ, ਜਿਹੜੇ ਇਹਨਾਂ ਨੂੰ ਕੰਮਕਾਰ ਕਰਦੇ ਰਹਿੰਦੇ ਨੇ। ਬਾਈ ਜੀ ਫਿਰ ਕਿਵੇਂ ਦੇਖਦੇ ਹੋ, ਕਿਉਂਕਿ ਬਹੁਤ ਲੋਕ ਹੋਣਗੇ ਜਿਨ੍ਹਾਂ ਦੇ ਘਰ ਇਸ ਤਰ੍ਹਾਂ ਆਏ ਗਏ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ
ਸ਼ਿਫਟਿੰਗ ਦਾ ਕਰ ਲੈਣਾ ਚਾਹੀਦਾ ਕਿ ਜਾਂ ਫਿਰ ਤੁਹਾਡਾ ਪੈਸੇ ਇੰਨਾ ਲੱਗਿਆ ਹੋਇਆ ਸੀ, ਜੇ ਅਗਰ ਅਗਲੇ ਦੀ ਛੋਟਾ ਘਰ ਹੈਗਾ ਉਹਦੇ ਲਈ ਖਰਚ ਜ਼ਿਆਦਾ ਪੈ ਜਾਂਦਾ? ਹਾਂਜੀ ਵੀਰ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਜੇ ਆਪਣਾ ਖਰਚ ਜਿਹੜਾ ਹੈਗਾ ਘੱਟ ਆਇਆ ਹੋਇਆ ਮਕਾਨ ਦੇ ਉੱਤੇ, ਤੇ ਉਹਨੂੰ ਢਾਹ ਕੇ ਆਪਣਾ ਅਲੱਗ ਬਣਾ ਲੈਣਾ ਚਾਹੀਦਾ ਹੈ ਨਾ। ਤੇ ਜੇ ਉਹਨਾਂ ਦੀ ਮਜਬੂਰੀ ਹੈ, ਜਿਵੇਂ ਸਾਡੇ ਕੋਲੇ ਇੱਕ ਕਾਰਨ ਨਹੀਂ ਹੈਗਾ, ਇੱਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਮਹਿੰਗਾ ਪੈ ਜਾਣਾ ਸੀ, ਦੂਜਾ ਕਾਰਨ ਸਾਡੇ ਕੋਲ ਟਾਈਮ ਨਹੀਂ ਹੈਗਾ ਵੀਰ ਜੀ, ਕਿ ਅਸੀਂ ਕਿਉਂਕਿ ਦੁਬਾਰਾ 2-3 ਸਾਲਾਂ ਦੇ ਵਿੱਚ ਪਹਿਲਾਂ ਬਣੀ ਸੀ, 2-3 ਸਾਲ ਫਿਰ ਦੁਬਾਰਾ ਲੱਗ ਜਾਣੇ ਸੀ, ਨੂੰ ਜ਼ਿਆਦਾ ਹੀ ਲੱਗਣਾ ਸੀ, ਕਿਉਂਕਿ ਹੁਣ ਢਾਹ ਕੇ ਫਿਰ ਨਵੇਂ ਸਿਰ ਤੋਂ ਬਣਾਉਣੀ ਸੀ ਨਾ। ਤੇ ਜਿਹੜੇ ਬੰਦੇ ਦੀ ਜਿੱਦਾਂ ਦੀ ਰਿਕੁਆਇਰਮੈਂਟ ਹੈ ਉਸ ਹਿਸਾਬ ਨਾਲ ਜਾਣਾ ਚਾਹੀਦਾ। ਅਗਰ ਇਦਾਂ ਦਾ ਕਿਸੇ ਦਾ ਕੇਸ ਹੈਗਾ ਜਿੱਦਾਂ ਦਾ ਸਾਡਾ, ਤਾਂ ਉਹਨਾਂ ਨੂੰ ਸ਼ਿਫਟ ਕਰਵਾਉਣ ਦੇ ਵਿੱਚ ਜ਼ਿਆਦਾ ਫਾਇਦਾ ਹੋਊਗਾ। ਅੱਛਾ ਬਾਈ ਜੀ, ਰੋਡ ਨਿਕਲਣ ਦੇ ਨਾਲ ਦੋ ਨੁਕਸਾਨ ਤਾਂ ਤੁਹਾਨੂੰ ਹੋਏ ਕਿ ਤੁਹਾਡੀ ਜ਼ਮੀਨ ਵੀ ਵੰਡੀ ਗਈ, ਅੱਧੀ ਜ਼ਮੀਨ ਉੱਧਰ ਹੈਗੀ, ਅੱਧੀ ਉੱਧਰ ਹੈਗੀ। ਇੱਕ ਕਿਸਾਨ ਨੇ ਕੰਮਕਾਰ ਸ਼ੁਰੂ ਕੀਤਾ ਬੀਜ ਦਾ, ਵੀ ਤੁਸੀਂ ਬੀਜ ਦੀ ਪ੍ਰੋਸੈਸਿੰਗ ਕਰ ਰਹੇ ਸੀ, ਬੀਜ ਵੇਚਣ ਦਾ ਕੰਮ ਕਰਦੇ, ਤੁਹਾਡਾ ਉਹ ਵੀ ਪ੍ਰਭਾਵਿਤ ਹੋਇਆ? ਬਹੁਤ ਪ੍ਰਭਾਵਿਤ ਹੋਇਆ ਬਾਈ ਜੀ। ਹੁਣ ਜਿਵੇਂ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸਾਂ, ਜਦੋਂ ਆਪਾਂ ਨੇ ਹੁਣ ਕਣਕ ਕੱਟੀ ਸੀ, ਤਾਂ ਪਹਿਲਾਂ ਇੱਥੇ ਸਾਡਾ ਸੀਡ ਪਿਆ ਸੀਗਾ ਝੋਨੇ ਦਾ, ਜਿੱਥੇ ਪਹਿਲਾਂ ਸੀ ਫੈਕਟਰੀ, ਠੀਕ ਹੈ। ਤਾਂ ਅਸੀਂ ਪਹਿਲਾਂ ਉਹ ਪੈਕਿੰਗ ਕਰਕੇ ਕਣਕ ਵੱਢਣ ਤੋਂ ਪਹਿਲਾਂ ਸਾਰੀ ਕਿਧਰੇ ਹੋਰ ਸ਼ਿਫਟ ਕੀਤੀ, ਫਿਰ ਉੱਧਰ ਲਿਜਾ ਕੇ ਕਣਕ ਉੱਥੇ ਲਾਈ। ਤਾਂ ਇਹ ਜਿਹੜਾ ਪ੍ਰੋਬਲਮ ਸੀ ਸਾਨੂੰ, ਇਹ ਬਹੁਤ ਜ਼ਿਆਦਾ ਦਿੱਕਤ ਆਈ, ਇਹਦੇ ਕਰਕੇ ਵੀ ਸਾਨੂੰ ਇਹ ਮੈਨੇਜ ਕਰਨ 'ਚ ਬਹੁਤ ਦਿੱਕਤ ਆਈ, ਜਿਹੜਾ ਸੀਡ ਸ਼ਿਫਟ ਕੀਤਾ ਸੀ ਇੱਥੋਂ ਉੱਥੇ, ਠੀਕ ਹੈ। ਉਹ ਸੀਡ ਵਾਲਾ ਜਿਹੜੀ ਦੁਕਾਨ ਤੁਹਾਡੀ ਭਵਾਨੀਗੜ੍ਹ ਦੇ ਵਿੱਚ? ਹਾਂਜੀ, ਉਹ ਆਪਣੇ ਭਵਾਨੀਗੜ੍ਹ ਟਿਵਾਣਾ ਸੀਡ ਸਟੋਰ, ਪੁਰਾਣੇ ਬੱਸ ਸਟੈਂਡ ਤੇ ਆਪਣਾ ਸਟੋਰ ਹੈਗਾ ਜੀ। ਕਿਉਂਕਿ ਹੁਣ ਚੱਲ ਰਹਿੰਦਾ ਕਿ ਉੱਥੇ ਹਾਜ਼ਰੀ ਦੇਣੀ, ਉਰੇ ਦੇਣੀ। ਹਾਂਜੀ ਵੀਰ ਜੀ, ਕਿਉਂਕਿ ਸਾਡੀ ਪ੍ਰੋਸੈਸਿੰਗ ਵੀ ਚੱਲ ਰਹੀ ਆ। ਉਹ ਜਿਹੜਾ ਪਲਾਂਟ ਹੈਗਾ ਉਹ ਸਾਹਮਣੇ ਜ਼ੂਮ ਕਰੋ, ਇਹ ਫੈਕਟਰੀ ਇੱਥੋਂ ਉੱਥੇ ਲੈ ਗਏ ਆਪਾਂ। ਹੁਣ ਸਾਡੀ ਕਣਕ ਦੀ ਪ੍ਰੋਸੈਸਿੰਗ ਚੱਲ ਰਹੀ ਹੈ, ਗ੍ਰੇਡਿੰਗ ਚੱਲ ਰਹੀ ਹੈ, ਜਿਹੜੀ ਆਪਾਂ ਹੁਣ ਪੈਕ ਕਰਕੇ ਅੱਗੇ ਸੀਡ ਵੇਚਣਾ ਹੈਗਾ। ਜਦ ਝੋਨਾ ਕੱਟਿਆ ਗਿਆ ਤਾਂ ਉਹਦੀ ਸ਼ੁਰੂਆਤ ਸਾਨੂੰ ਹੁਣੇ ਕਰਨੀ ਪੈਣੀ ਸੀਗੀ। ਬਿਲਕੁਲ, ਕਿਉਂਕਿ ਸਭ ਤੋਂ ਵੱਡਾ ਚੈਲੰਜ ਹੁੰਦਾ ਜਦੋਂ ਤੁਸੀਂ ਇੱਕ ਮਕਾਨ ਬਣਾ ਲੈਂਦੇ ਹੋ, ਅਗਰ ਜ਼ਿਆਦਾ ਬਾਰਿਸ਼ਾਂ ਆ ਜਾਣ ਜਾਂ ਮਿੱਟੀ ਦਬ ਜਾਵੇ ਤਾਂ ਉਸ ਨੂੰ ਤਰੇੜਾਂ ਆ ਜਾਂਦੀਆਂ ਨੇ। ਪਰ ਜੇ ਅਗਰ ਤੁਹਾਨੂੰ ਕੋਈ ਕਹਿ ਦੇਵੇ ਕਿ ਉਸ ਨੂੰ ਤੁਸੀਂ 500 ਫੁੱਟ ਦੂਰ ਲੈ ਕੇ ਜਾਣਾ, ਫਿਰ ਉਸ ਤੋਂ ਬਾਅਦ ਤੁਸੀਂ 50-60 ਫੁੱਟ ਸਾਈਡ ਤੇ ਨੂੰ ਮੋੜਨਾ, ਤਾਂ ਉਦੋਂ ਵੱਡਾ ਚੈਲੰਜ ਬਣ ਜਾਂਦਾ। ਕਿਉਂਕਿ ਬਾਈ ਜੀ ਹੋਰਾਂ ਦਾ ਕੰਮਕਾਜ ਸੀ, ਰੋਡ ਦੇ ਵਿੱਚ ਜ਼ਮੀਨ ਆਈ ਉਹਨਾਂ ਨੇ, ਕਿਉਂਕਿ ਕੋਠੀ ਦੇ ਉੱਪਰ ਕਰੋੜਾਂ ਰੁਪਇਆ ਲੱਗਿਆ ਸੀ, ਇਸ ਲਈ ਰਿਸਕ ਲੈਤਾ ਉਹਨਾਂ ਨੇ। ਤੇ ਜਿਹੜੇ ਲੋਕ ਇਸ ਨੂੰ ਜਿਹੜੇ ਕੰਮ ਨੂੰ ਅੰਜਾਮ ਦੇ ਰਹੇ ਨੇ, ਜਿਨ੍ਹਾਂ ਨੇ ਚੈਲੰਜ ਲੈਤਾ, ਉਹਨਾਂ ਨੇ ਕਿਹਾ ਕਿ ਅਸੀਂ 10-15 ਫੁੱਟ ਤੱਕ ਅੱਗੇ ਵੀ ਕਰ ਦਿੰਦੇ ਸੀ, ਪਰ 500 ਫੁੱਟ ਦਾ ਜਿਹੜਾ ਚੈਲੰਜ ਸੀ। ਪਰ ਹੁਣ ਉਹ ਕਹਿ ਰਹੇ ਨੇ ਕਿ ਸਾਨੂੰ ਸੌਖਾ ਲੱਗਦਾ ਕਿ ਹਰ ਰੋਜ਼ 10 ਫੁੱਟ ਜਿਹੜੀ ਕੋਠੀ ਹੈ ਜਿਹੜੀ ਅੱਗੇ ਤੁਰਦੀ ਹੈ। ਪਰ ਅਗਰ ਤੁਹਾਡੀ ਵੀ ਕਿਸੇ ਤਰੀਕੇ ਦੇ ਨਾਲ ਇਸ ਰੋਡ ਦੇ ਵਿੱਚ ਜ਼ਮੀਨ ਆਉਂਦੀ ਹੈ, ਆ ਰਹੀ ਹੈ, ਜਾਂ ਤੁਹਾਡੀ ਜਗ੍ਹਾ ਉਹ ਕੀਮਤੀ ਹੈ, ਬਹੁਤ ਤੁਸੀਂ ਪੈਸਾ ਲਾਇਆ, ਕਈ ਵਾਰ ਲੋਕ ਉਹ ਉਨੀ ਚੀਜ਼, ਉਹਨਾਂ ਪੈਸਾ ਘਰ ਬਣਾਉਣ ਤੇ ਹੀ ਲੱਗਦਾ ਜਿੰਨਾ ਉਸ ਨੂੰ ਮੋਡੀਫਾਈ ਕਰਨ ਦੇ ਉੱਪਰ ਲਾ ਦਿੰਦੇ ਨੇ, ਲੱਕੜ ਦਾ ਕੰਮ ਕਰਦੇ ਨੇ, ਉਹ ਫਿਰ ਤੋੜਨਾ, ਦੂਸਰੀ ਜਗ੍ਹਾ ਦੇ ਉੱਪਰ ਕੰਮਕਾਜ ਨਹੀਂ ਆਉਂਦਾ। ਤਾਂ ਤੁਸੀਂ ਨੰਬਰ ਦੇ ਦੇਵਾਂਗੇ ਬਾਈ ਜੀ ਦਾ ਵੀ, ਜਿਹੜੇ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਚੈਲੰਜ ਲੈਤਾ, ਤੁਸੀਂ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋਗੇ। ਤੇ ਨਾਲ ਬਾਈ ਜੀ ਦੇ ਜਦੋਂ ਕੋਠੀ ਤੁਹਾਨੂੰ ਦਿਖਾ ਰਹੇ ਹਾਂਗੇ ਤਾਂ ਤੁਹਾਨੂੰ ਨਾਲ ਦੱਸ ਵੀ ਦਈਏ, ਕਿਉਂਕਿ ਜਦੋਂ ਕਿਸਾਨ ਇੱਕ ਕੰਮ ਕਰਦਾ, ਥੋੜਾ ਅਲੱਗ ਹਟ ਕੇ ਕੰਮ ਕਰਦਾ, ਬਾਈ ਜੀ ਬੀਜ ਦਾ ਕੰਮ ਕਰਦਾ, ਤਾਂ ਇਹਨਾਂ ਦਾ ਕੰਟੈਕਟ ਨੰਬਰ ਵੀ ਪਾ ਦਾਂਗੇ। ਅਗਰ ਤੁਸੀਂ ਬੀਜ ਵੀ ਲੈਣੇ ਹੋਣ ਕਿਸੇ ਪ੍ਰਕਾਰ ਦੇ, ਕਣਕ ਦੇ ਹੋਣ, ਝੋਨੇ ਦੇ ਹੋਣ, ਅਲੱਗ-ਅਲੱਗ ਤਰ੍ਹਾਂ ਦੀਆਂ ਵੈਰਾਈਟੀਆਂ ਜਿਹੜੇ ਖੁਦ ਹੀ ਆਪਣੀ ਫੈਕਟਰੀ ਦੇ ਵਿੱਚ ਤਿਆਰ ਕਰਦੇ ਨੇ, ਗਰੰਟੀ ਆ। ਤੁਸੀਂ ਇੱਕ ਵਾਰ ਉਹਨਾਂ ਦੀ ਦੁਕਾਨ ਦੇ ਉੱਪਰ ਜਿਹੜੀ ਟਿਵਾਣਾ ਜਿਹੜੀ ਸੀਡ ਸਟੋਰ ਹੈ, ਜਿਹੜਾ ਉਹ ਭਵਾਨੀਗੜ੍ਹ ਰੋਡ ਦੇ ਉੱਪਰ, ਜਿਹੜਾ ਪਟਿਆਲਾ ਸੰਗਰੂਰ ਹਾਈਵੇ, ਉਸ ਰੋਡ ਦੇ ਉੱਪਰ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਹੀ ਮੌਜੂਦ ਹੈ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਜਾਂ ਤੁਹਾਨੂੰ ਲੱਗਿਆ ਕਿ ਇੱਕ ਵਧੀਆ ਇੱਕ ਉਪਰਾਲਾ ਹੈਗਾ, ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਘਰ ਸ਼ਿਫਟ ਕਰ ਸਕਦੇ ਹੋ, ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਗਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਲਾਈਕ ਕਰੋ, YouTube ਤੇ ਦੇਖ ਰਹੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਅੱਗੇ ਸ਼ੇਅਰ ਕਰੋ।